ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੇ ਲਈ ਆਈ ਖੁਸ਼ਖਬਰੀ, ਨਾਲ ਹੀ ਖੁੱਲਣ ਜਾ ਰਿਹਾ ਕਿਬੈਕ ਓਨਟਾਰੀਓ ਬਾਰਡਰ। ਕੈਨੇਡਾ ਕਰੇਗਾ 13 ਮਿਲੀਅਨ ਟੀਕੇ ਦਾਨ, ਟਰੂਡੋ ਨੇ ਟੀਕੇ ਦੇ ਬਾਰੇ ਕੀਤਾ ਐਲਾਨ। ਪੰਜਾਬੀ ਡਰਾਈਵਰ ਨੇ ਕਬੂਲ ਕੀਤਾ ਦੋਸ਼, ਕੇਲਿਆਂ ਦੇ ਲੋਡ ਦੇ ਵਿੱਚੋਂ ਮਿਲੀ ਸੀ ਕੋਕੇਨ। ਪਾਣੀ 'ਚ ਡੁੱਬਣ ਦੇ ਨਾਲ ਪੰਜਾਬੀ ਦੀ ਮੌਤ, ਗੁਰਪ੍ਰੀਤ ਸਿੰਘ ਗਿੱਲ ਦੀ ਹੋਈ ਮੌਤ। ਲੰਡਨ ਘਟਨਾ ਦੇ ਦੋਸ਼ੀ ਤੇ ਲੱਗੇ ਚਾਰਜ, ਦੋਸ਼ੀ ਤੇ ਲੱਗੇ ਅੱਤਵਾਦ ਦੇ ਚਾਰਜ। ਬੁੱਧਵਾਰ ਨੂੰ ਕਿਬੈਕ ਓਨਟਾਰੀਓ ਬਾਰਡਰ ਖੁੱਲਣ ਜਾ ਰਿਹਾ ਹੈ। 2 ਮਹੀਨੇ ਤੋਂ ਇਹ ਬਾਰਡਰ ਬੰਦ ਪਿਆ ਸੀ। ਕਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੇ ਕਾਰਨ ਇਸ ਬਾਰਡਰ ਨੂੰ ਬੰਦ ਕੀਤਾ ਗਿਆ, ਪਰ ਹੁਣ ਨਾਨ ਐਸੈਂਸ਼ੀਅਲ ਟਰੈਵਲ ਵਾਸਤੇ ਵੀ ਇਸ ਬਾਰਡਰ ਨੂੰ ਖੋਲ੍ਹ ਦਿੱਤਾ ਗਿਆ ਹੈ, ਜਿਸ ਦਾ ਮਤਲਬ ਹੈ ਕਿ ਦੋਨਾਂ ਸੂਬਿਆਂ ਦੇ ਵਿੱਚ ਟਰੈਵਲ ਕਰਨ ਵਾਲੇ ਹੁਣ ਇਸ ਬਾਰਡਰ ਦੇ ਰਾਹੀਂ ਆ ਜਾ ਸਕਦੇ ਨੇ। ਬੁੱਧਵਾਰ ਨੂੰ ਕਿਬੈਕ ਓਨਟਾਰੀਓ ਬਾਰਡਰ ਨੂੰ ਨਾਨ ਐਸੈਂਸ਼ੀਅਲ ਟਰੈਵਲ ਦੇ ਵਾਸਤੇ ਮੁੜ ਤੋਂ ਖੋਲ੍ਹਿਆ ਜਾਵੇਗਾ। 2 ਮਹੀਨੇ ਇਹ ਬਾਰਡਰ ਬੰਦ ਰੱਖੇ ਜਾਣ ਤੋਂ ਬਾਅਦ ਹੁਣ ਪੂਰੀ ਤਰ੍ਹਾਂ ਦੇ ਨਾਲ ਕਿਬੈਕ ਓਨਟਾਰੀਓ ਬਾਰਡਰ ਖੋਲ੍ਹਿਆ ਜਾ ਰਿਹਾ ਹੈ। ਇਸ ਬਾਰਡਰ ਨੂੰ ਕਰੋਨਾ ਵਾਇਰਸ ਦੇ ਫੈਲਾਅ ਨੂੰ ਘੱਟ ਕਰਨ ਦੇ ਵਾਸਤੇ ਸ਼ਟਡਾਊਨ ਜਾਣੀ ਕਿ ਬੰਦ ਕੀਤਾ ਗਿਆ ਸੀ। ਜਿਹੜੇ ਵੀ ਦੋਨਾਂ ਪ੍ਰੋਵਿੰਸਸ ਦੇ ਵਿੱਚ ਟਰੈਵਲ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਇਸ ਬਾਰਡਰ ਦੇ ਰਾਹੀਂ ਆਉਣ ਜਾਣ ਦੀ ਇਜਾਜ਼ਤ ਹੋਵੇਗੀ। ਇਸ ਦੀ ਜਾਣਕਾਰੀ ਕਿਬੈਕ ਦੇ ਪਬਲਿਕ ਸਿਕਿਉਰਿਟੀ ਮਿਨਿਸਟਰ ਵੱਲੋਂ ਇੱਕ ਸਟੇਟਮੈਂਟ ਦੇ ਦੌਰਾਨ ਸਾਂਝੀ ਕੀਤੀ ਗਈ। ਅਪ੍ਰੈਲ ਮਹੀਨੇ ਦੌਰਾਨ ਨਾਨ ਐਸੈਂਸ਼ੀਅਲ ਟ੍ਰਿਪ ਦੇ ਵਾਸਤੇ ਇਸ ਬਾਰਡਰ ਨੂੰ ਬੰਦ ਕੀਤਾ ਗਿਆ ਸੀ, ਕਿਉਂਕਿ ਉਸ ਸਮੇਂ ਕਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਸਨ। ਇਸ ਦੌਰਾਨ ਕੁਝ ਰਾਹਤ ਜ਼ਰੂਰ ਦਿੱਤੀ ਗਈ, ਪਰ ਦੋਹਾਂ ਪਾਸੇ ਵੱਡੀ ਗਿਣਤੀ ਪੁਲਿਸ ਅਫਸਰ ਤੈਨਾਤ ਰਹਿੰਦੇ ਸਨ। ਐਂਟਰੀ ਦੇ ਉੱਪਰ ਚੈੱਕ ਪੁਆਇੰਟਸ ਵੀ ਲਗਾਏ ਗਏ ਸਨ। ਚਾਹੇ ਇਸ ਬਾਰਡਰ ਨੂੰ ਮੁੜ ਤੋਂ ਖੋਲ੍ਹਿਆ ਜਾ ਰਿਹਾ, ਪਰ ਫਿਰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਕਰੋਨਾ ਵਾਇਰਸ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ, ਜਿਸ ਦਾ ਮਤਲਬ ਹੈ ਕਿ ਸੇਫਟੀ ਪ੍ਰੋਟੋਕਾਲਸ ਦੀ ਪਾਲਣਾ ਕੀਤੀ ਜਾਵੇ। ਇਸ ਦੇ ਨਾਲ ਹੀ ਬੁੱਧਵਾਰ ਨੂੰ ਓਨਟਾਰੀਓ ਤੇ ਮੈਨੀਟੋਬਾ ਦਾ ਵੀ ਬਾਰਡਰ ਖੋਲ੍ਹਿਆ ਜਾ ਰਿਹਾ ਹੈ। ਕੈਨੇਡਾ ਵੱਲੋਂ 13 ਮਿਲੀਅਨ ਕੋਵਿਡ ਟੀਕੇ ਦਾਨ ਕੀਤੇ ਜਾਣਗੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਸੰਬੰਧੀ ਐਲਾਨ ਕੀਤਾ ਗਿਆ। G7 ਸਮਿਟ ਦੇ ਆਖਿਰ ਦੇ ਵਿੱਚ ਪ੍ਰਧਾਨ ਮੰਤਰੀ ਟਰੂਡੋ ਨੇ ਜਾਣਕਾਰੀ ਦਿੱਤੀ, ਜਿੱਥੇ ਉਹਨਾਂ ਨੇ ਦੱਸਿਆ ਕਿ ਕੈਨੇਡਾ ਵੱਲੋਂ 13 ਮਿਲੀਅਨ ਸਰਪਲਸ ਟੀਕੇ ਦਾਨ ਕੀਤੇ ਜਾਣਗੇ, ਪਰ ਇਸ ਦਾ ਅਸਰ ਕੈਨੇਡਾ ਦੀ ਵੈਕਸੀਨ ਰੋਲ ਆਊਟ ਦੇ ਉੱਪਰ ਨਹੀਂ ਪਵੇਗਾ। ਉਹਨਾਂ ਨੇ ਦੱਸਿਆ ਕਿ ਜਿਹੜੇ ਗਰੀਬ ਦੇਸ਼ ਨੇ ਉਹਨਾਂ ਨੂੰ ਇਹ ਵੈਕਸੀਨ ਭੇਜੀ ਜਾਵੇਗੀ। ਕੈਨੇਡਾ ਵੱਲੋਂ ਕਿੰਨੀ ਵੈਕਸੀਨ ਡੋਨੇਟ ਕੀਤੀ ਜਾਵੇਗੀ, ਇਸ ਦੇ ਬਾਰੇ ਵਿੱਚ ਜਾਣਕਾਰੀ ਸਾਹਮਣੇ ਆਈ ਹੈ। ਕੈਨੇਡਾ ਵੱਲੋਂ ਜੋ 13 ਮਿਲੀਅਨ ਸਰਪਲਸ ਸ਼ਾਟਸ ਨੇ, ਉਹਨਾਂ ਨੂੰ ਗਰੀਬ ਦੇਸ਼ਾਂ ਨੂੰ ਦਾਨ ਕੀਤਾ ਜਾਵੇਗਾ। G7 ਸਮਿਟ ਦੇ ਆਖਿਰ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਸੰਬੰਧੀ ਐਲਾਨ ਕੀਤਾ ਗਿਆ। ਇਸ G7 ਦੀ ਮੀਟਿੰਗ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਪਰ ਚਰਚਾ ਕੀਤੀ ਗਈ। ਇਸ ਦੌਰਾਨ ਕਰੋਨਾ ਵਾਇਰਸ ਦਾ ਮੁੱਦਾ ਬੇਹੱਦ ਖਾਸ ਰਿਹਾ। ਇਸ ਤੋਂ ਪਹਿਲਾਂ ਕੈਨੇਡਾ ਵੱਲੋਂ ਕਿਹਾ ਗਿਆ ਸੀ ਕਿ ਉਹ 100 ਮਿਲੀਅਨ ਡੋਜ਼ਸ ਡੋਨੇਟ ਕਰਨਗੇ, ਪਰ G7 ਦੀ ਮੀਟਿੰਗ ਦੇ ਵਿੱਚ ਇਹ ਸਪਸ਼ਟ ਹੋ ਗਿਆ ਹੈ ਕਿ ਕੈਨੇਡਾ ਵੱਲੋਂ ਕਿੰਨੇ ਟੀਕੇ ਦਾਨ ਕੀਤੇ ਜਾਣਗੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਕਿ 87 ਮਿਲੀਅਨ ਸ਼ਾਟਸ ਦੇ ਵਾਸਤੇ ਕੈਨੇਡਾ ਦੀ ਸਰਕਾਰ ਪੇ ਕਰੇਗੀ। ਇਹ ਟੀਕੇ ਗਰੀਬ ਦੇਸ਼ਾਂ ਨੂੰ ਡੋਨੇਟ ਜਾਣੀ ਕਿ ਡਿਸਟ੍ਰੀਬਿਊਟ ਕੀਤੇ ਜਾਣਗੇ। ਨਾਲ ਹੀ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਜਿਹੜੇ ਟੀਕੇ ਕੈਨੇਡਾ ਵੱਲੋਂ ਦਾਨ ਕੀਤੇ ਜਾਣਗੇ, ਉਸ ਦਾ ਕੈਨੇਡਾ ਦੇ ਵੈਕਸੀਨੇਸ਼ਨ ਰੋਲ ਆਊਟ ਦੇ ਉੱਪਰ ਪ੍ਰਭਾਵ ਨਹੀਂ ਪਵੇਗਾ। ਕੈਨੇਡਾ ਵੱਲੋਂ 100 ਮਿਲੀਅਨ ਡੋਜ਼ਸ ਦੀ ਸਾਲ ਦੇ ਵਾਸਤੇ ਡਿਲੀਵਰੀ ਸਿਕਿਉਰ ਕੀਤੀ ਗਈ ਹੈ। ਕੈਲਗਰੀ ਦੇ ਪੰਜਾਬੀ ਡਰਾਈਵਰ ਵੱਲੋਂ ਆਪਣੇ ਦੋਸ਼ ਕਬੂਲ ਕੀਤੇ ਗਏ ਹਨ। ਇਸ ਵੱਲੋਂ ਕੇਲਿਆਂ ਦੇ ਲੋਡ ਦੇ ਰਾਹੀਂ ਕੋਕੇਨ ਲੰਘਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਹ ਮਾਮਲਾ 30 ਜਨਵਰੀ ਦਾ ਹੈ, ਜਿੱਥੇ ਅਮਰੀਕਾ ਦੇ ਆਫੀਸਰਸ ਦੇ ਵੱਲੋਂ ਸ਼ੱਕ ਪੈਣ ਦੇ ਉੱਪਰ ਜਦੋਂ ਚੈਕਿੰਗ ਕੀਤੀ ਗਈ ਤਾਂ ਉਹਨਾਂ ਨੂੰ ਲੋਡ ਦੇ ਵਿੱਚੋਂ ਕੋਕੇਨ ਬਰਾਮਦ ਹੋਈ। ਕੈਨੇਡਾ ਦੇ ਕੈਲਗਰੀ ਤੋਂ ਜੋ ਲੋਡ ਦੇ ਵਿੱਚੋਂ ਕੋਕੇਨ ਬਰਾਮਦ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਉਸ ਦੇ ਵਿੱਚ ਹੁਣ ਕੈਲਗਰੀ ਵਾਸੀ ਡਰਾਈਵਰ ਵੱਲੋਂ ਦੋਸ਼ ਕਬੂਲ ਕੀਤੇ ਗਏ ਨੇ। ਜੀ ਹਾਂ, ਇਹ ਘਟਨਾ 30 ਜਨਵਰੀ ਦੀ ਹੈ, ਜਿੱਥੇ ਅਮਰੀਕਾ ਤੋਂ ਕੈਨੇਡਾ ਦਾਖਲ ਹੋਣ ਵਾਲੇ ਇੱਕ ਲੋਡ ਦੇ ਵਿੱਚੋਂ ਕੋਕੇਨ ਬਰਾਮਦ ਕੀਤੀ ਗਈ ਸੀ। ਦਰਅਸਲ ਕੇਲਿਆਂ ਦੇ ਲੋਡ ਦੇ ਵਿੱਚੋਂ 211 ਪਾਉਂਡ, ਜਿਸ ਦਾ ਭਾਰ 96 ਕਿਲੋ ਬਣਦਾ ਹੈ, ਕੋਕੇਨ ਬਰਾਮਦ ਕੀਤੀ ਗਈ। ਇਸ ਡਰਾਈਵਰ ਵੱਲੋਂ ਬਾਰਡਰ ਦੇ ਰਾਹੀਂ ਕੋਕੇਨ ਨੂੰ ਲੰਘਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਹੁਣ ਇਸ ਸੰਬੰਧੀ ਕੈਲਗਰੀ ਵਾਸੀ ਡਰਾਈਵਰ ਗੁਰਪਾਲ ਸਿੰਘ ਗਿੱਲ ਵੱਲੋਂ ਆਪਣੇ ਦੋਸ਼ ਕਬੂਲ ਕੀਤੇ ਗਏ ਹਨ। ਗੁਰਪਾਲ ਸਿੰਘ ਗਿੱਲ ਦੀ ਉਮਰ 39 ਸਾਲ ਦੱਸੀ ਗਈ। ਗਿੱਲ ਨੂੰ ਅਮਰੀਕਾ ਦੇ ਬਾਰਡਰ ਆਫੀਸਰਸ ਦੇ ਵੱਲੋਂ ਫੜਿਆ ਗਿਆ ਸੀ। ਮੌਂਟਾਨਾ ਪੋਰਟ ਆਫ ਐਂਟਰੀ ਵਿਖੇ ਅਮਰੀਕੀ ਆਫੀਸਰਸ ਦੇ ਵੱਲੋਂ ਕੈਨੇਡਾ ਦਾਖਲ ਹੁੰਦਿਆਂ ਟਰੱਕ ਦੀ ਜਾਂਚ ਕੀਤੀ ਗਈ। ਜਾਂਚ ਦੇ ਦੌਰਾਨ ਉਹਨਾਂ ਨੂੰ ਸ਼ੱਕੀ 7 ਡੱਬੇ ਬਰਾਮਦ ਹੋਏ, ਜਿਸ ਦੇ ਵਿੱਚ 211 ਪਾਉਂਡ ਕੋਕੇਨ ਸੀ। ਜਾਣਕਾਰੀ ਦੇ ਮੁਤਾਬਕ ਇਹ ਲੋਡ ਕੈਲੀਫੋਰਨੀਆ ਤੋਂ ਕੈਲਗਰੀ ਲੈ ਕੇ ਜਾਇਆ ਜਾ ਰਿਹਾ ਸੀ।
ਹੁਣ ਇਸ ਮਾਮਲੇ ਸੰਬੰਧੀ ਗੁਰਪਾਲ ਸਿੰਘ ਗਿੱਲ ਨੂੰ 5 ਤੋਂ ਲੈ ਕੇ 40 ਸਾਲ ਦੀ ਕੈਦ ਅਤੇ $5 ਮਿਲੀਅਨ ਦਾ ਜੁਰਮਾਨਾ ਹੋ ਸਕਦਾ ਹੈ ਤੇ ਹੁਣ ਗਿੱਲ ਵੱਲੋਂ ਖੁਦ ਆਪਣੇ ਦੋਸ਼ ਕਬੂਲ ਕੀਤੇ ਜਾ ਚੁੱਕੇ ਨੇ। ਮਾਮਲਾ ਬ੍ਰੈਂਪਟਨ ਤੋਂ ਸਾਹਮਣੇ ਆਇਆ, ਜਿੱਥੇ ਇੱਕ ਪੰਜਾਬੀ ਨੌਜਵਾਨ ਦੀ ਪਾਣੀ ਦੇ ਵਿੱਚ ਡੁੱਬਣ ਦੇ ਕਾਰਨ ਮੌਤ ਹੋ ਗਈ। ਇਸ ਦੀ ਪਹਿਚਾਣ ਗੁਰਪ੍ਰੀਤ ਸਿੰਘ ਗਿੱਲ ਦੇ ਤੌਰ ਦੇ ਉੱਪਰ ਦੱਸੀ ਗਈ ਹੈ। ਇਹ ਨੌਜਵਾਨ ਕੈਨੇਡਾ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ ਦੇ ਉੱਪਰ ਆਇਆ ਸੀ। ਇਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਜਾਨ ਨਹੀਂ ਬਚਾਈ ਜਾ ਸਕੀ। ਕੈਨੇਡਾ ਦੇ ਬ੍ਰੈਂਪਟਨ ਤੋਂ ਇੱਕ ਬੇहद ਦੁੱਖ ਭਰੀ ਖਬਰ ਸਾਹਮਣੇ ਆਈ ਹੈ। ਪਾਣੀ ਦੇ ਵਿੱਚ ਡੁੱਬਣ ਦੇ ਕਾਰਨ ਇੱਕ ਪੰਜਾਬੀ ਦੀ ਮੌਤ ਹੋ ਗਈ, ਜਿਸ ਦੀ ਪਹਿਚਾਣ ਗੁਰਪ੍ਰੀਤ ਸਿੰਘ ਗਿੱਲ ਦੇ ਤੌਰ ਦੇ ਉੱਪਰ ਦੱਸੀ ਗਈ ਹੈ। ਇਹ ਮਾਮਲਾ ਕੈਨੇਡਾ ਦੇ ਓਨਟਾਰੀਓ ਤੋਂ ਸਾਹਮਣੇ ਆਇਆ, ਜਿੱਥੇ ਵਸਾਵਾ ਬੀਚ ਤੇ ਬ੍ਰੈਂਪਟਨ ਵਾਸੀ ਗੁਰਪ੍ਰੀਤ ਸਿੰਘ ਗਿੱਲ ਦੀ ਪਾਣੀ ਦੇ ਵਿੱਚ ਡੁੱਬਣ ਦੇ ਨਾਲ ਮੌਤ ਹੋ ਗਈ। ਇਹ ਹਾਦਸਾ ਸ਼ਨੀਵਾਰ ਵਾਲੇ ਦਿਨ ਸ਼ਾਮ ਨੂੰ 5:30 ਦੇ ਉੱਪਰ ਵਾਪਰਿਆ। ਇਸ ਘਟਨਾ ਦੇ ਵਿੱਚ ਜਿਸ ਪੰਜਾਬੀ ਦੀ ਮੌਤ ਹੋਈ ਹੈ, ਉਸ ਦੀ ਉਮਰ 22 ਸਾਲ ਦੱਸੀ ਗਈ। ਗੁਰਪ੍ਰੀਤ ਸਿੰਘ ਗਿੱਲ ਨੂੰ ਬਚਾਉਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਘਟਨਾ ਦੇ ਅਗਲੇ ਹੀ ਦਿਨ ਜਾਣੀ ਕਿ ਐਤਵਾਰ ਨੂੰ ਗੁਰਪ੍ਰੀਤ ਸਿੰਘ ਗਿੱਲ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਜਾਣਕਾਰੀ ਦੇ ਮੁਤਾਬਕ ਇਹ ਨੌਜਵਾਨ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ ਦੇ ਉੱਪਰ ਕੈਨੇਡਾ ਆਇਆ ਸੀ ਤੇ ਪੰਜਾਬ ਦੇ ਵਿੱਚ ਇਹ ਨੌਜਵਾਨ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਨੰਗਲੀ ਦੇ ਨਾਲ ਸੰਬੰਧ ਰੱਖਦਾ ਹੈ। ਇੱਥੇ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਜਦੋਂ ਕੈਨੇਡਾ ਦੇ ਵਿੱਚ ਗਰਮੀਆਂ ਦਾ ਮੌਸਮ ਆਉਂਦਾ ਹੈ ਤੇ ਇਸ ਤਰ੍ਹਾਂ ਦੀਆਂ ਕਈ ਖਬਰਾਂ ਸਾਹਮਣੇ ਆਉਂਦੀਆਂ ਨੇ। ਸਾਨੂੰ ਜ਼ਰੂਰਤ ਹੈ ਕਿ ਅਸੀਂ ਆਪਣਾ ਅਤੇ ਬਾਕੀਆਂ ਦਾ ਵੀ ਖਿਆਲ ਰੱਖੀਏ, ਕਿਉਂਕਿ ਕੈਨੇਡਾ ਦੇ ਪਾਣੀ ਬਹੁਤ ਖਤਰਨਾਕ ਹਨ। ਕਈ ਵਾਰ ਅਸੀਂ ਆਨੰਦ ਲੈਣ ਦੇ ਵਾਸਤੇ ਪਾਣੀ ਦੇ ਵਿੱਚ ਜਾਂਦੇ ਹਾਂ, ਪਰ ਇਹ ਪਾਣੀ ਸਾਡੇ ਲਈ ਜਾਨਲੇਵਾ ਸਾਬਿਤ ਹੋ ਜਾਂਦਾ ਹੈ। ਹਰ ਸਾਲ ਕੈਨੇਡਾ ਦੇ ਵਿੱਚ ਗਰਮੀਆਂ ਦੌਰਾਨ ਝੀਲਾਂ ਦਰਿਆਵਾਂ ਦੇ ਵਿੱਚ ਡੁੱਬਣ ਦੇ ਕਾਰਨ ਕਈ ਮੌਤਾਂ ਹੁੰਦੀਆਂ ਨੇ। ਕਈ ਵਾਰ ਇਹਨਾਂ ਝੀਲਾਂ ਦਰਿਆਵਾਂ ਦਾ ਪਾਣੀ ਬਹੁਤ ਜ਼ਿਆਦਾ ਠੰਡਾ ਹੁੰਦਾ ਹੈ। ਕੁਝ ਹੀ ਮਿੰਟਾਂ ਦੇ ਵਿੱਚ ਹਾਈਪੋਥਰਮੀਆ ਦੇ ਕਾਰਨ ਵੀ ਜਾਨ ਚਲੀ ਜਾਂਦੀ ਹੈ। ਜੇਕਰ ਕਿਸੇ ਨੂੰ ਤੈਰਨਾ ਨਹੀਂ ਆਉਂਦਾ ਤਾਂ ਉਹ ਪਾਣੀ ਤੋਂ ਦੂਰ ਰਹੇ, ਕਿਉਂਕਿ ਸੁਰੱਖਿਆ ਸਭ ਤੋਂ ਪਹਿਲਾਂ ਹੈ। ਲੰਡਨ ਓਨਟਾਰੀਓ ਤੋਂ ਜੋ ਮਾਮਲਾ ਸਾਹਮਣੇ ਆਇਆ ਸੀ, ਉਸ ਦੇ ਸਸਪੈਕਟ ਦੇ ਉੱਪਰ ਹੁਣ ਅੱਤਵਾਦ ਦੇ ਨਾਲ ਸੰਬੰਧਿਤ ਚਾਰਜ ਲਗਾਏ ਗਏ। ਦਰਅਸਲ ਓਨਟਾਰੀਓ ਲੰਡਨ ਦੇ ਵਿੱਚ ਇੱਕ ਮੁਸਲਮਾਨ ਪਰਿਵਾਰ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ। ਟਾਰਗੇਟਡ ਮਾਮਲੇ ਦੇ ਵਿੱਚ 4 ਜਾਣਿਆਂ ਦੀ ਮੌਤ ਹੋ ਗਈ ਅਤੇ ਇੱਕ 9 ਸਾਲਾ ਬੱਚਾ ਇਸ ਦੇ ਵਿੱਚੋਂ ਸਰਵਾਈਵ ਕੀਤਾ, ਜਾਣੀ ਕਿ ਬਚਿਆ। ਹਸਪਤਾਲ ਦੇ ਵਿੱਚ ਇਹ ਬੱਚਾ ਜੇਰੇ ਇਲਾਜ ਹੈ, ਜਿਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪਰ ਇਸ ਘਟਨਾ ਦੇ ਸਸਪੈਕਟ ਦੇ ਉੱਪਰ ਹੁਣ ਅੱਤਵਾਦ ਸੰਬੰਧੀ ਚਾਰਜ ਲਗਾਏ ਗਏ ਨੇ। ਲੰਡਨ ਘਟਨਾ ਦੇ ਸਸਪੈਕਟ ਦੇ ਖਿਲਾਫ ਅੱਤਵਾਦ ਦੇ ਦੋਸ਼ ਤੈਅ ਕੀਤੇ ਗਏ ਹਨ। ਲੰਡਨ ਓਨਟਾਰੀਓ ਤੋਂ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਇੱਕ ਮੁਸਲਮਾਨ ਪਰਿਵਾਰ ਦੇ ਉੱਪਰ ਗੱਡੀ ਚੜਾ ਕੇ ਵਿਅਕਤੀ ਵੱਲੋਂ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਸਸਪੈਕਟ ਵੱਲੋਂ ਪਹਿਲਾਂ ਹੀ ਕਈ ਚਾਰਜਸ ਦਾ ਸਾਹਮਣਾ ਕੀਤਾ ਜਾ ਰਿਹਾ ਸੀ ਤੇ ਹੁਣ ਸਰਕਾਰੀ ਵਕੀਲਾਂ ਵੱਲੋਂ ਇਸ ਦੇ ਉੱਪਰ ਟੈਰਰ ਚਾਰਜਸ, ਜਾਣੀ ਕਿ ਅੱਤਵਾਦ ਦੇ ਨਾਲ ਸੰਬੰਧਿਤ ਚਾਰਜ ਲਗਾਏ ਨੇ। ਇਸ ਸਸਪੈਕਟ ਦੀ ਪਹਿਚਾਣ 20 ਸਾਲਾ ਨੈਥਨਲ ਵੈਲਟਮੈਨ ਦੇ ਤੌਰ ਦੇ ਉੱਪਰ ਹੋਈ ਸੀ। ਇਸ ਸਸਪੈਕਟ ਦੇ ਉੱਪਰ ਪਹਿਲਾਂ ਹੀ ਫਰਸਟ ਡਿਗਰੀ ਤੇ ਕਤਲ ਦੀ ਕੋਸ਼ਿਸ਼ ਦੇ ਚਾਰਜ ਲੱਗੇ ਹੋਏ ਸਨ ਤੇ ਹੁਣ ਇਸ ਦੇ ਉੱਪਰ ਅੱਤਵਾਦ ਦੇ ਦੋਸ਼ ਲਗਾਏ ਗਏ ਹਨ। ਇਸ ਸਸਪੈਕਟ ਦੀ ਅਦਾਲਤ ਦੇ ਵਿੱਚ ਪੇਸ਼ੀ ਵੀਡੀਓ ਦੇ ਰਾਹੀਂ ਹੋਈ ਹੈ। ਜ਼ਿਕਰਯੋਗ ਹੈ ਕਿ ਇਸ ਘਟਨਾ ਸੰਬੰਧੀ ਵੱਖ-ਵੱਖ ਨੇਤਾਵਾਂ ਵੱਲੋਂ ਆਪਣੇ ਵਿਚਾਰਾਂ ਦੀ ਸਾਂਝ ਪਾਈ ਗਈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਘਟਨਾ ਦੇ ਉੱਪਰ ਬੋਲਦਿਆਂ ਇਸ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਸੀ। ਇਸ ਹਮਲੇ ਦੇ ਵਿੱਚ ਸਲਮਾਨ ਅਫਜ਼ਲ, ਮਦੀਹਾ ਸਲਮਾਨ, ਯੁਮਨਾ ਅਫਜ਼ਾਲ ਅਤੇ ਤਲਾਤ ਅਫਜ਼ਾਲ ਦੀ ਮੌਤ ਹੋ ਗਈ। ਇਸ ਹਮਲੇ ਦੇ ਵਿੱਚ ਇੱਕ 9 ਸਾਲਾ ਫੈਜ਼ ਅਫਜ਼ਾਲ ਨਾਮ ਦੇ ਬੱਚੇ ਦੀ ਜਾਨ ਬਚ ਗਈ, ਜੋ ਇਸ ਸਮੇਂ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ, ਜਿਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਇਸ ਘਟਨਾ ਦੇ ਵਿਰੁੱਧ ਕੈਨੇਡਾ ਦੀਆਂ ਵੱਖ-ਵੱਖ ਥਾਵਾਂ ਦੇ ਵਿੱਚ ਪ੍ਰਦਰਸ਼ਨ ਵੀ ਕੀਤੇ ਗਏ। ਬ੍ਰਿਟਿਸ਼ ਕੋਲੰਬੀਆ ਵੱਲੋਂ ਜੋ ਰੀਓਪਨਿੰਗ ਪਲਾਨ ਸਾਂਝਾ ਕੀਤਾ ਗਿਆ ਸੀ, ਉਸ ਦੇ ਦੂਸਰੇ ਪੜਾਅ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਜੂਨ 15 ਤੋਂ ਇਹ ਪੜਾਅ ਸ਼ੁਰੂ ਹੋਣ ਜਾ ਰਿਹਾ ਹੈ, ਜਿੱਥੇ ਕਰੋਨਾ ਵਾਇਰਸ ਦੇ ਕਾਰਨ ਜੋ ਰਿਸਟ੍ਰਿਕਸ਼ਨਸ ਲਗਾਈਆਂ ਗਈਆਂ, ਉਸ ਦੇ ਵਿੱਚ ਰਾਹਤ ਦਿੱਤੀ ਜਾਵੇਗੀ। ਇਸ ਦੂਸਰੇ ਪੜਾਅ ਦੇ ਮੁਤਾਬਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੁਣ ਆਊਟਡੋਰ 50 ਜਾਣੇ ਇਕੱਠ ਕਰ ਸਕਦੇ ਨੇ, ਜਾਣੀ ਕਿ ਆਊਟਡੋਰ ਗੈਦਰਿੰਗ ਦੇ ਵਿੱਚ 50 ਜਾਣਿਆਂ ਦੇ ਸ਼ਾਮਲ ਹੋਣ ਨੂੰ ਇਜਾਜ਼ਤ ਦਿੱਤੀ ਗਈ ਹੈ। ਨਾਲ ਹੀ ਹੁਣ ਬੈਂਕੁਏਟ ਹਾਲ ਜਿਹੜੇ ਉਹਨਾਂ ਨੂੰ ਵੀ ਖੋਲ੍ਹਣ ਦੀ ਪਰਮਿਸ਼ਨ ਮਿਲ ਗਈ ਹੈ। ਹੋਰ ਕਿਹੜੀਆਂ ਚੀਜ਼ਾਂ ਦੇ ਵਿੱਚ ਜੋ ਪਾਬੰਦੀਆਂ ਲੱਗੀਆਂ ਸੀ, ਉਹਨਾਂ ਨੂੰ ਹਟਾਇਆ ਗਿਆ ਹੈ, ਕਿ ਇਹਨਾਂ ਦੇ ਵਿੱਚ ਢਿੱਲ ਦਿੱਤੀ ਗਈ ਹੈ, ਦੱਸਾਂਗੇ ਸਾਰੀ ਜਾਣਕਾਰੀ ਇਸ ਖਬਰ ਦੇ ਵਿੱਚ। ਜੂਨ 15 ਤੋਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰੀਓਪਨਿੰਗ ਦੇ ਦੂਸਰੇ ਪੜਾਅ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਸ ਦੂਸਰੇ ਪੜਾਅ ਦੇ ਤਹਿਤ ਹੁਣ ਕਰੋਨਾ ਪਾਬੰਦੀਆਂ ਦੇ ਵਿੱਚ ਹੋਰ ਵੀ ਢਿੱਲ ਦਿੱਤੀ ਜਾਵੇਗੀ। ਇਸ ਪੜਾਅ ਦੇ ਤਹਿਤ ਆਊਟਡੋਰ 50 ਜਾਣਿਆਂ ਦਾ ਇਕੱਠ ਹੋ ਸਕੇਗਾ। ਨਾਲ ਹੀ ਹੁਣ ਬੈਂਕੁਏਟ ਹਾਲ ਖੋਲ੍ਹਣ ਦੀ ਵੀ ਇਜਾਜ਼ਤ ਹੋਵੇਗੀ। ਦੂਸਰੇ ਪੜਾਅ ਦੇ ਤੱਕ ਪਹੁੰਚਣ ਦੇ ਵਾਸਤੇ
ਇਹ ਤੈਅ ਕੀਤਾ ਗਿਆ ਸੀ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 65% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦਾ ਡੋਜ਼ ਲੱਗਿਆ ਹੋਵੇ। ਜਾਣਕਾਰੀ ਦੇ ਮੁਤਾਬਕ 75% ਦੀ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਹੁਣ ਕੋਵਿਡ-19 ਵੈਕਸੀਨ ਦਾ ਪਹਿਲਾ ਡੋਜ਼ ਲੱਗ ਚੁੱਕਿਆ ਹੈ। ਕੋਰੋਨਾ ਵਾਇਰਸ ਦੇ ਮਾਮਲੇ ਵੀ ਘਟ ਰਹੇ ਨੇ ਤੇ ਹਸਪਤਾਲ ਦੇ ਵਿੱਚ ਵੀ ਮਰੀਜ਼ਾਂ ਦੀ ਗਿਣਤੀ ਘਟ ਹੋਈ ਹੈ, ਜਿਸ ਤੋਂ ਬਾਅਦ ਹੁਣ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰੀਓਪਨਿੰਗ ਦੇ ਦੂਸਰੇ ਪੜਾਅ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਸ ਦੀ ਜਾਣਕਾਰੀ ਪ੍ਰੀਮੀਅਰ ਜੌਨ ਹੌਰਗਨ ਅਤੇ ਪ੍ਰੋਵਿੰਸ਼ੀਅਲ ਹੈਲਥ ਆਫੀਸਰ ਡਾਕਟਰ ਬੋਨੀ ਹੈਨਰੀ ਵੱਲੋਂ ਸਾਂਝੀ ਕੀਤੀ ਗਈ। ਜੂਨ 15 ਤੋਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਊਟਡੋਰ 50 ਜਾਣਿਆਂ ਦਾ ਇਕੱਠ ਹੋ ਸਕੇਗਾ, ਜਿਸ ਦਾ ਮਤਲਬ ਹੈ ਕਿ ਬਰਥਡੇ ਪਾਰਟੀਜ਼, ਬੈਕਯਾਰਡ ਬਾਰਬੀਕਿਊ ਅਤੇ ਬਲੌਕ ਪਾਰਟੀਜ਼ ਦੇ ਵਿੱਚ 50 ਜਾਣੇ ਸ਼ਾਮਿਲ ਹੋ ਸਕਦੇ ਨੇ। ਇੰਡੋਰ ਆਰਗੇਨਾਈਜ਼ਡ ਗੈਦਰਿੰਗ ਦੇ ਵਿੱਚ ਵੀ 50 ਜਾਣਿਆਂ ਦੀ ਇਜਾਜ਼ਤ ਹੋਵੇਗੀ, ਪਰ ਨਾਲ ਹੀ ਕੋਰੋਨਾ ਹਦਾਇਤਾਂ ਨੂੰ ਧਿਆਨ ਦੇ ਵਿੱਚ ਰੱਖਣਾ ਹੋਵੇਗਾ। ਇਸੇ ਪੜਾਅ ਦੇ ਤਹਿਤ ਹੁਣ ਮੂਵੀ ਥੀਏਟਰਸ ਅਤੇ ਲਾਈਵ ਥੀਏਟਰਸ ਖੋਲ੍ਹੇ ਜਾ ਰਹੇ ਨੇ। ਰੈਸਟੋਰੈਂਟ ਦੇ ਵਿੱਚ ਵੀ 50 ਜਾਣਿਆਂ ਦੀ ਇਜਾਜ਼ਤ ਹੋਵੇਗੀ। ਇੰਡੋਰ ਰਿਲੀਜੀਅਸ ਸੈਰੇਮਨੀ ਦੇ ਵਿੱਚ 10 ਜਾਣੇ ਅਤੇ ਜੇਕਰ ਇਮਾਰਤ ਦੇ ਵਿੱਚ ਜ਼ਿਆਦਾ ਕੈਪੈਸਿਟੀ ਹੈ ਤੇ 50 ਜਾਣੇ ਵੀ ਸ਼ਾਮਲ ਹੋ ਸਕਦੇ ਨੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਯਾਤਰਾ ਦੀ ਇਜਾਜ਼ਤ ਮਿਲ ਰਹੀ ਹੈ, ਜਾਣੀ ਕਿ ਪ੍ਰੋਵਿੰਸ ਦੇ ਵਿੱਚ ਟਰੈਵਲ ਦੀ ਹੁਣ ਇਜਾਜ਼ਤ ਹੋਵੇਗੀ। ਇਸ ਦੇ ਨਾਲ ਹੀ ਪ੍ਰੋਵਿੰਸ ਤੋਂ ਬਾਹਰ ਨਾਨ ਐਸੈਂਸ਼ੀਅਲ ਟਰੈਵਲ ਦੇ ਉੱਪਰ ਅਜੇ ਵੀ ਰੋਕ ਰਹੇਗੀ। ਬ੍ਰਿਟਿਸ਼ ਕੋਲੰਬੀਆ ਟ੍ਰਾਂਜ਼ਿਟ ਅਤੇ ਬ੍ਰਿਟਿਸ਼ ਕੋਲੰਬੀਆ ਫੈਰੀਜ਼ ਦੇ ਵਿੱਚ ਵੀ ਹੁਣ ਕੈਪੈਸਿਟੀ ਨੂੰ ਵਧਾਇਆ ਜਾਵੇਗਾ। ਰੈਸਟੋਰੈਂਟ ਅਤੇ ਬਾਰ ਅੱਧੀ ਰਾਤ ਤੱਕ ਖੋਲ੍ਹੇ ਜਾ ਸਕਣਗੇ। ਬੈਂਕੁਏਟ ਹਾਲ ਵੀ ਖੋਲ੍ਹਣ ਦੀ ਇਜਾਜ਼ਤ ਹੋਵੇਗੀ, ਇਸ ਦੇ ਵਿੱਚ 50 ਜਾਣੇ ਸ਼ਾਮਿਲ ਹੋ ਸਕਦੇ ਨੇ। ਹੁਣ ਕੰਮ ਕਰਨ ਵਾਲੀਆਂ ਥਾਵਾਂ ਦੇ ਉੱਪਰ ਵੀ ਵਰਕਰਸ ਨੂੰ ਦੁਬਾਰਾ ਤੋਂ ਬੁਲਾਇਆ ਜਾ ਸਕਦਾ ਹੈ। ਇਸ ਦੌਰਾਨ ਛੋਟੀਆਂ ਇਨ-ਪਰਸਨ ਮੀਟਿੰਗਸ ਦੀ ਵੀ ਇਜਾਜ਼ਤ ਹੋਵੇਗੀ। ਇੰਡੋਰ ਪਬਲਿਕ ਸੈਟਿੰਗਸ ਦੇ ਦੌਰਾਨ ਮਾਸਕ ਪਾਉਣਾ ਹੋਵੇਗਾ। ਫਿਜ਼ੀਕਲ ਡਿਸਟੈਂਸਿੰਗ ਦਾ ਵੀ ਖਿਆਲ ਰੱਖਣਾ ਜ਼ਰੂਰੀ ਹੋਵੇਗਾ, ਨਾਲ ਹੀ ਸੈਨੀਟਾਈਜ਼ ਕਰਨਾ ਵੀ ਲਾਜ਼ਮੀ ਹੋਵੇਗਾ। ਤੀਸਰੇ ਪੜਾਅ ਦੇ ਵਾਸਤੇ ਜੁਲਾਈ 1 ਦਾ ਸਮਾਂ ਤੈਅ ਕੀਤਾ ਗਿਆ ਹੈ। ਚੌਥੇ ਪੜਾਅ ਦੀ ਸ਼ੁਰੂਆਤ ਸਤੰਬਰ 7 ਤੋਂ ਹੋ ਸਕਦੀ ਹੈ, ਪਰ ਉਸ ਦੇ ਲਈ ਜੋ ਵੈਕਸੀਨੇਸ਼ਨ ਦੇ ਨਾਲ ਸੰਬੰਧਿਤ ਟਾਰਗੇਟ ਤੈਅ ਕੀਤਾ ਗਿਆ ਹੈ ਉਹ ਪੂਰਾ ਹੋਣਾ ਜ਼ਰੂਰੀ ਹੈ। ਜੇਕਰ ਅਜਿਹਾ ਹੋਵੇਗਾ ਤਾਂ ਫਿਰ 4 ਪੜਾਵਾਂ ਦੇ ਤਹਿਤ ਹੋਰ ਵੀ ਜ਼ਿਆਦਾ ਢਿੱਲ ਦਿੱਤੀ ਜਾਵੇਗੀ। ਪ੍ਰੋਕਿਊਰਮੈਂਟ ਮਿਨਿਸਟਰ ਅਨੀਤਾ ਆਨੰਦ ਵੱਲੋਂ ਮਾਡਰਨਾ ਟੀਕੇ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਜੂਨ ਮਹੀਨੇ ਮਾਡਰਨਾ ਵੱਲੋਂ 9 ਮਿਲੀਅਨ ਟੀਕੇ ਕੈਨੇਡਾ ਨੂੰ ਭੇਜੇ ਜਾਣਗੇ। ਨਾਲ ਹੀ ਵੱਖ-ਵੱਖ ਹੋਰ ਫਾਰਮਾਸਿਊਟੀਕਲ ਕੰਪਨੀਆਂ ਵੱਲੋਂ ਵੀ ਆਪਣੇ ਸ਼ਾਟਸ ਕੈਨੇਡਾ ਨੂੰ ਭੇਜੇ ਜਾਣਗੇ। ਜੂਨ ਮਹੀਨੇ ਦੇ ਵਾਸਤੇ ਕੈਨੇਡਾ ਵੱਲੋਂ 1.4 ਮਿਲੀਅਨ ਹੋਰ ਮਾਡਰਨਾ ਡੋਜ਼ ਸਿਕਿਉਰ ਕੀਤੇ ਗਏ ਨੇ। ਇਸ ਦੀ ਜਾਣਕਾਰੀ ਪ੍ਰੋਕਿਊਰਮੈਂਟ ਮਿਨਿਸਟਰ ਅਨੀਤਾ ਆਨੰਦ ਵੱਲੋਂ ਸਾਂਝੀ ਕੀਤੀ ਗਈ ਹੈ। ਇਸ ਦਾ ਮਤਲਬ ਹੈ ਕਿ ਇਕੱਲੇ ਜੂਨ ਮਹੀਨੇ ਦੇ ਵਿੱਚ ਹੀ ਕੈਨੇਡਾ ਨੂੰ ਮਾਡਰਨਾ ਵੈਕਸੀਨ ਦੀਆਂ 9 ਮਿਲੀਅਨ ਡੋਜ਼ਸ ਮਿਲਣਗੀਆਂ। ਇਸ ਤੋਂ ਬਾਅਦ ਸੈਕਿੰਡ ਕੁਆਰਟਰ ਦਾ ਜੋ ਟਾਰਗੇਟ ਹੈ ਉਹ 12.9 ਮਿਲੀਅਨ ਡੋਜ਼ਸ ਦਾ ਹੋ ਗਿਆ ਹੈ। ਇਸੇ ਹਫ਼ਤੇ ਕੈਨੇਡਾ ਨੂੰ 9.5 ਮਿਲੀਅਨ ਕੋਵਿਡ-19 ਵੈਕਸੀਨ ਮਿਲਣ ਵਾਲੀਆਂ ਨੇ। 2.9 ਮਿਲੀਅਨ ਡੋਜ਼ਸ ਦੀ ਪਹਿਲੀ ਸ਼ਿਪਮੈਂਟ ਆਉਣ ਵਾਲੀ ਹੈ, ਜਿਸ ਨੂੰ ਵੱਖ-ਵੱਖ ਸੂਬਿਆਂ ਨੂੰ ਹਫ਼ਤੇ ਦੇ ਮਿਡਲ ਦੇ ਵਿੱਚ ਹੀ ਭੇਜ ਦਿੱਤਾ ਜਾਵੇਗਾ। ਇਸ ਤੋਂ ਬਾਅਦ 4.2 ਮਿਲੀਅਨ ਸ਼ਾਟਸ ਇਸ ਹਫ਼ਤੇ ਦੇ ਆਖਿਰ ਤੱਕ ਆਉਣਗੇ, ਜੋ ਕਿ ਅਗਲੇ ਹਫ਼ਤੇ ਵੱਖ-ਵੱਖ ਸੂਬਿਆਂ ਨੂੰ ਭੇਜੇ ਜਾਣਗੇ। ਬਾਕੀ ਰਹਿੰਦੇ 2.4 ਮਿਲੀਅਨ ਡੋਜ਼ਸ ਫਾਈਜ਼ਰ ਅਤੇ ਬਾਇਓਟੈਕ ਵੱਲੋਂ ਕੈਨੇਡਾ ਨੂੰ ਭੇਜੇ ਜਾਣਗੇ। ਮਾਰਚ ਮਹੀਨੇ ਤੋਂ ਹੀ ਇਸ ਵੈਕਸੀਨ ਕੰਪਨੀ ਵੱਲੋਂ ਲਗਾਤਾਰ ਕੈਨੇਡਾ ਨੂੰ ਟੀਕੇ ਦੀ ਸ਼ਿਪਮੈਂਟ ਭੇਜੀ ਜਾ ਰਹੀ ਹੈ। ਅਨੀਤਾ ਆਨੰਦ ਨੇ ਦੱਸਿਆ ਹੈ ਕਿ ਇਸ ਹਫ਼ਤੇ ਮਾਡਰਨਾ ਵੈਕਸੀਨ ਦੀਆਂ 2 ਸ਼ਿਪਮੈਂਟ ਕੈਨੇਡਾ ਨੂੰ ਮਿਲਣਗੀਆਂ। ਇਸ ਤੋਂ ਬਾਅਦ 2.9 ਮਿਲੀਅਨ ਟੀਕੇ ਅਗਲੇ ਹਫ਼ਤੇ ਕੈਨੇਡਾ ਨੂੰ ਮਿਲਣਗੇ। ਫੈਡਰਲ ਸਰਕਾਰ ਵੱਲੋਂ 22.5 ਮਿਲੀਅਨ ਫਾਈਜ਼ਰ ਬਾਇਓਟੈਕ ਡੋਜ਼ ਰਿਸੀਵ ਕੀਤੇ ਜਾ ਚੁੱਕੇ ਨੇ ਤੇ 2.9 ਮਿਲੀਅਨ ਆਕਸਫੋਰਡ ਐਸਟ੍ਰਾਜੈਨੇਕਾ ਟੀਕੇ ਵੀ ਕੈਨੇਡਾ ਨੂੰ ਪਹੁੰਚ ਚੁੱਕੇ ਨੇ। ਹੈਲਥ ਕੈਨੇਡਾ ਵੱਲੋਂ ਇਨਫੋਰਮੇਸ਼ਨ ਦਿੱਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਜੋ ਕੈਨੇਡਾ ਨੂੰ 3,30,000 ਜੌਨਸਨ ਟੀਕੇ ਮਿਲੇ ਨੇ, ਉਹਨਾਂ ਟੀਕਿਆਂ ਨੂੰ ਨਹੀਂ ਵੰਡਿਆ ਜਾਵੇਗਾ। ਨੋਵਾਵੈਕਸ ਵੈਕਸੀਨ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦਾ ਟੀਕਾ ਕੋਵਿਡ ਵਾਇਰਸ ਦੇ ਖਿਲਾਫ ਕਿੰਨਾ ਅਸਰਦਾਰ ਹੈ। ਜਾਣਕਾਰੀ ਦੇ ਮੁਤਾਬਕ ਸਟੱਡੀ ਦੇ ਵਿੱਚ ਇਹ ਟੀਕਾ 90% ਤੋਂ ਵੱਧ ਕੋਵਿਡ ਦੇ ਖਿਲਾਫ ਅਸਰਦਾਰ ਪਾਇਆ ਗਿਆ। ਦੱਸ ਦਈਏ ਕਿ ਇਹ ਟੀਕਾ ਸਟੋਰ ਕਰਨਾ ਅਤੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲੈ ਕੇ ਜਾਣਾ ਬੇहद ਆਸਾਨ ਹੈ। ਨੋਵਾਵੈਕਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਦਾ ਟੀਕਾ ਕਿੰਨੇ ਫੀਸਦੀ ਕੋਰੋਨਾ ਵਾਇਰਸ ਦੇ ਖਿਲਾਫ ਸੁਰੱਖਿਅਤ ਹੈ। ਜੋ ਇਸ ਵੈਕਸੀਨ ਵੱਲੋਂ ਸਟੱਡੀ ਕਰਵਾਈ ਗਈ, ਉਸ ਦੇ ਵਿੱਚ ਪਤਾ ਚੱਲਿਆ ਹੈ ਕਿ ਇਹ ਵੈਕਸੀਨ 90.4% ਇਫੈਕਟਿਵ ਹੈ। ਨੋਵਾਵੈਕਸ ਨੇ ਦੱਸਿਆ ਹੈ ਕਿ ਉਹਨਾਂ ਦਾ ਟੀਕਾ ਕੋਰੋਨਾ ਵਾਇਰਸ ਦੇ ਖਿਲਾਫ ਹੀ ਨਹੀਂ ਬਲਕਿ ਵੇਰੀਐਂਟ ਦੇ ਖਿਲਾਫ ਵੀ ਅਸਰਦਾਰ ਹੈ। ਇਸ ਕੰਪਨੀ ਵੱਲੋਂ ਯੂਐਸ ਅਤੇ ਮੈਕਸੀਕੋ ਦੇ ਵਿੱਚ ਵੈਕਸੀਨ ਦੀ ਸਟੱਡੀ ਕਰਵਾਈ ਗਈ। ਸ਼ੁਰੂਆਤੀ ਡਾਟਾ ਤੋਂ ਪਤਾ ਚੱਲਿਆ ਹੈ ਕਿ ਇਹ ਟੀਕਾ 90% ਸੇਫ ਹੈ। ਇਹ ਅਪਡੇਟ ਕੰਪਨੀ ਵੱਲੋਂ ਸਾਂਝੀ ਕੀਤੀ ਗਈ ਹੈ। ਨੋਵਾਵੈਕਸ ਵੈਕਸੀਨ ਦੇ ਬਾਰੇ ਵਿੱਚ ਇੱਕ ਖਾਸ ਗੱਲ ਇਹ ਵੀ ਹੈ ਕਿ ਇਸ ਨੂੰ ਆਸਾਨੀ ਦੇ ਨਾਲ ਸਟੋਰ ਕੀਤਾ ਜਾ ਸਕਦਾ ਹੈ।
ਤੇ ਇਸ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲੈ ਕੇ ਜਾਣਾ ਵੀ ਆਸਾਨ ਹੁੰਦਾ ਹੈ। ਇਸ ਵੈਕਸੀਨ ਦੇ ਆਉਣ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਵੈਕਸੀਨ ਸਪਲਾਈ ਹੋਰ ਵੀ ਜ਼ਿਆਦਾ ਵੱਧ ਸਕਦੀ ਹੈ। ਵੈਕਸੀਨ ਕੰਪਨੀ ਵੱਲੋਂ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਕਿ ਇਸ ਵੈਕਸੀਨ ਨੂੰ US ਦੇ ਵਿੱਚ ਆਥੋਰਾਈਜ਼ੇਸ਼ਨ ਮਿਲ ਸਕੇ। ਇਸ ਦੇ ਨਾਲ ਹੀ ਸਤੰਬਰ ਮਹੀਨੇ ਯੂਰਪ ਦੇ ਵਿੱਚ ਵੀ ਆਥੋਰਾਈਜ਼ੇਸ਼ਨ ਮਿਲ ਸਕੇ, ਇਸ ਵਾਸਤੇ ਵੀ ਕੰਪਨੀ ਵੱਲੋਂ ਕਿਹਾ ਗਿਆ ਹੈ। ਨੋਵਾਵੈਕਸ ਚੀਫ ਐਗਜ਼ੈਕਟਿਵ ਵੱਲੋਂ ਜਾਣਕਾਰੀ ਦਿੱਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਸਾਡੇ ਪਹਿਲੇ ਬਣਾਏ ਗਏ ਡੋਜ਼ਸ ਜ਼ਿਆਦਾਤਰ ਲੋ ਟੂ ਮਿਡਲ ਇਨਕਮ ਕੰਟਰੀਜ਼ ਜਾਣੀ ਕਿ ਦੇਸ਼ਾਂ ਨੂੰ ਦਿੱਤੇ ਜਾਣਗੇ। ਕੈਨੇਡਾ ਵੱਲੋਂ ਵੀ ਨੋਵਾਵੈਕਸ ਦੇ ਨਾਲ ਕੰਟਰੈਕਟ ਸਾਈਨ ਕੀਤਾ ਗਿਆ ਹੈ। ਕੈਨੇਡਾ ਵੱਲੋਂ ਇਸ ਟੀਕੇ ਦੀਆਂ 52 ਮਿਲੀਅਨ ਡੋਜ਼ਸ ਖਰੀਦੀਆਂ ਜਾਣਗੀਆਂ। ਇਸ ਦੇ ਨਾਲ ਹੀ ਕੈਨੇਡਾ ਵੱਲੋਂ ਇਸ ਕੰਪਨੀ ਦੇ ਹੋਰ ਵੀ 24 ਮਿਲੀਅਨ ਟੀਕੇ ਖਰੀਦਣ ਦਾ ਵਿਕਲਪ ਰੱਖਿਆ ਗਿਆ ਹੈ। ਇਹ ਉਦੋਂ ਹੀ ਮੁਮਕਿਨ ਹੋ ਸਕੇਗਾ ਜਦੋਂ ਕੈਨੇਡਾ ਵੱਲੋਂ ਇਸ ਵੈਕਸੀਨ ਨੂੰ ਹਰੀ ਝੰਡੀ ਦਿੱਤੀ ਜਾਵੇਗੀ। ਇਸ ਵੈਕਸੀਨ ਕੰਪਨੀ ਵੱਲੋਂ 30,000 ਲੋਕਾਂ ਦੇ ਉੱਪਰ ਟ੍ਰਾਇਲ ਕਰਵਾਇਆ ਗਿਆ, ਜਿਨ੍ਹਾਂ ਦੀ ਉਮਰ 18 ਸਾਲ ਅਤੇ ਇਸ ਤੋਂ ਵੱਧ ਸੀ। ਇਹ ਸਟੱਡੀ US ਅਤੇ ਮੈਕਸੀਕੋ ਦੇ ਵਿੱਚ ਕਰਵਾਈ ਗਈ। ਵਾਲਮਾਰਟ ਵੱਲੋਂ ਬ੍ਰਿਟਿਸ਼ ਕੋਲੰਬੀਆ ਦੇ ਕੁਝ ਸਟੋਰਾਂ ਦੇ ਵਿੱਚ ਹੁਣ ਤਬਦੀਲੀ ਕੀਤੀ ਜਾ ਰਹੀ ਹੈ, ਜਿੱਥੇ ਹਿਊਮਨ ਕੈਸ਼ੀਅਰਸ ਹਟਾ ਕੇ ਸੈਲਫ ਸਰਵ ਚੈੱਕਆਊਟਸ ਲਗਾਏ ਜਾ ਰਹੇ ਨੇ। ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਨਵੇਂ ਪਾਇਲਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਇਸ ਦਾ ਟੈਸਟ ਕੀਤਾ ਜਾਵੇਗਾ, ਪਰ ਉਹਨਾਂ ਵੱਲੋਂ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਕਿਸੇ ਦੀ ਨੌਕਰੀ ਦੇ ਉੱਪਰ ਕੋਈ ਵੀ ਅਸਰ ਨਹੀਂ ਹੋਵੇਗਾ। ਹੁਣ ਵਾਲਮਾਰਟ ਦੇ ਸਟੋਰਾਂ ਦੇ ਵਿੱਚ ਹਿਊਮਨ ਕੈਸ਼ੀਅਰ ਨਹੀਂ ਹੋਣਗੇ। ਵਾਲਮਾਰਟ ਵੱਲੋਂ ਬ੍ਰਿਟਿਸ਼ ਕੋਲੰਬੀਆ ਸਟੋਰਾਂ ਦੇ ਵਿੱਚ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਵਾਲਮਾਰਟ ਵੱਲੋਂ ਹੁਣ ਕੈਸ਼ੀਅਰਸ ਨੂੰ ਸੈਲਫ ਸਰਵਿਸ ਚੈੱਕਆਊਟਸ ਦੇ ਨਾਲ ਬਦਲਿਆ ਜਾ ਰਿਹਾ ਹੈ। ਇਸ ਦੀ ਸ਼ੁਰੂਆਤ ਗਰਮੀਆਂ ਦੇ ਵਿੱਚ ਕੀਤੀ ਜਾਵੇਗੀ। ਵਾਲਮਾਰਟ ਵੱਲੋਂ ਇੱਕ ਟੈਸਟ ਪ੍ਰੋਜੈਕਟ ਦੇ ਤੌਰ ਦੇ ਉੱਪਰ ਕਈ ਆਊਟਲੈਟਸ ਦੇ ਵਿੱਚ ਅਜਿਹਾ ਕੀਤਾ ਜਾਵੇਗਾ। ਵਾਲਮਾਰਟ ਕੈਨੇਡਾ ਵੱਲੋਂ ਟੈਰਸ ਸਟੋਰ ਨੂੰ ਇੱਕ ਈਮੇਲ ਭੇਜੀ ਗਈ ਹੈ, ਜਿੱਥੇ ਉਹਨਾਂ ਵੱਲੋਂ ਇਸ ਸਟੋਰ ਦੇ ਵਿੱਚ ਵੀ ਆਪਣੇ ਟੈਸਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਸੰਬੰਧੀ ਸਪੋਕਸਪਰਸਨ ਫੈਲੀਸ਼ੀਆ ਨੇ ਜਾਣਕਾਰੀ ਸਾਂਝੀ ਕੀਤੀ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਉਹ ਆਪਣੇ ਬਿਜ਼ਨਸ ਨੂੰ ਟਰਾਂਸਫਾਰਮ ਕਰ ਰਹੇ ਨੇ। ਉਹਨਾਂ ਵੱਲੋਂ ਆਪਣੇ ਸਟੋਰਾਂ ਨੂੰ ਸਾਦਾ ਅਤੇ ਗ੍ਰਾਹਕਾਂ ਦੇ ਵਾਸਤੇ ਕਾਫੀ ਫਾਸਟ ਬਣਾਇਆ ਜਾ ਰਿਹਾ ਹੈ। ਇਸੇ ਦੇ ਕਾਰਨ ਉਹਨਾਂ ਵੱਲੋਂ ਨਵੀਆਂ ਚੀਜ਼ਾਂ ਲੈ ਕੇ ਆਂਦੀਆਂ ਜਾ ਰਹੀਆਂ ਨੇ। ਕਾਰਪੋਰੇਸ਼ਨ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਵਾਲਮਾਰਟ ਵੱਲੋਂ ਹੁਣ ਕੈਸ਼ੀਅਰ ਹਟਾਏ ਜਾ ਰਹੇ ਨੇ, ਪਰ ਇਸ ਦਾ ਮਤਲਬ ਓਵਰਆਲ ਜੌਬ ਲਾਸ ਨਹੀਂ ਹੈ। ਉਹਨਾਂ ਨੇ ਕਿਹਾ ਕਿ ਇਸ ਦਾ ਅਸਰ ਨੌਕਰੀਆਂ ਦੇ ਉੱਪਰ ਨਹੀਂ ਪਵੇਗਾ। ਜੋ ਉਹਨਾਂ ਵੱਲੋਂ ਸੈਲਫ ਚੈੱਕਆਊਟ ਏਰੀਆ ਲਿਆਂਦਾ ਜਾਵੇਗਾ, ਉੱਥੇ ਸਟਾਫ ਨੂੰ ਲਗਾਇਆ ਜਾਵੇਗਾ ਤਾਂ ਕਿ ਉਹ ਗ੍ਰਾਹਕਾਂ ਦੀ ਮਦਦ ਕਰ ਸਕਣ। ਜਾਣਕਾਰੀ ਦੇ ਮੁਤਾਬਕ ਆਉਣ ਵਾਲੇ ਮਹੀਨਿਆਂ ਦੌਰਾਨ 40 ਹੋਰ ਜਾਣਿਆਂ ਦੀ ਟੈਰਰਿਸ ਬ੍ਰਾਂਚ ਦੇ ਵਿੱਚ ਭਰਤੀ ਕੀਤੀ ਜਾਵੇਗੀ। RCMP ਆਫੀਸਰ ਦੀ ਡਿਊਟੀ ਦੇ ਦੌਰਾਨ ਮੌਤ ਹੋ ਗਈ। ਇਸ ਦੇ ਸੰਬੰਧੀ ਹੁਣ ਨਵੀਂ ਅਪਡੇਟ ਸਾਹਮਣੇ ਆਈ ਹੈ, ਜਿੱਥੇ ਪਤਾ ਚੱਲਿਆ ਕਿ 2 ਜਾਣਿਆਂ ਨੂੰ ਇਸ ਮਾਮਲੇ ਦੇ ਵਿੱਚ ਚਾਰਜ ਕੀਤਾ ਗਿਆ ਹੈ। ਕਿਹੜੇ ਉਹ ਚਾਰजेस ਨੇ, ਸਾਰੀ ਜਾਣਕਾਰੀ ਦੱਸਾਂਗੇ ਇਸ ਖਬਰ ਦੇ ਵਿੱਚ। RCMP ਕਾਂਸਟੇਬਲ ਸ਼ੈਲਵੀ ਦੀ ਮੌਤ ਦੇ ਮਾਮਲੇ ਦੇ ਵਿੱਚ 2 ਜਾਣਿਆਂ ਨੂੰ ਚਾਰਜ ਕੀਤਾ ਗਿਆ ਹੈ। ਇਹਨਾਂ 2 ਜਾਣਿਆਂ ਵੱਲੋਂ ਮੈਨਸਲਟਰ ਚਾਰजेस ਦਾ ਸਾਹਮਣਾ ਕੀਤਾ ਜਾ ਰਿਹਾ ਹੈ। ਸ਼ਨੀਵਾਰ ਦੀ ਸਵੇਰ ਇੱਕ ਮਾਮਲਾ ਸਾਹਮਣੇ ਆਇਆ, ਜਿੱਥੇ ਪੁਲਿਸ ਨੇ ਜਾਣਕਾਰੀ ਦਿੱਤੀ ਕਿ RCMP ਆਫੀਸਰ ਸਟ੍ਰਕ ਹੋ ਗਿਆ ਅਤੇ ਟਰੱਕ ਵੱਲੋਂ ਉਸ ਨੂੰ ਮਾਰ ਦਿੱਤਾ ਗਿਆ। ਜਾਣਕਾਰੀ ਦਿੱਤੀ ਗਈ ਸੀ ਕਿ ਇਸ ਕਾਂਸਟੇਬਲ ਵੱਲੋਂ ਇੱਕ ਟਰੱਕ ਦਾ ਪਿੱਛਾ ਕੀਤਾ ਜਾ ਰਿਹਾ ਸੀ, ਜੋ ਟਰੱਕ ਚੋਰੀ ਹੋਇਆ ਸੀ। ਇਹ ਵਾਹਨ ਆਫੀਸਰ ਦੇ ਨਾਲ ਟਕਰਾਇਆ, ਜਿਸ ਤੋਂ ਬਾਅਦ ਇਸ ਆਫੀਸਰ ਦੀ ਘਟਨਾ ਵਾਲੀ ਥਾਂ ਦੇ ਉੱਪਰ ਮੌਤ ਹੋ ਗਈ। ਇਸ ਮਾਮਲੇ ਦੇ ਸੰਬੰਧ ਦੇ ਵਿੱਚ ਅਲਫੋਂਸੇ ਅਤੇ ਮਰਲੇਨੇ ਨੂੰ ਚਾਰਜ ਕੀਤਾ ਗਿਆ ਹੈ। ਇਹਨਾਂ ਦੋਹਾਂ ਦੇ ਉੱਪਰ ਮੈਨਸਲਟਰ ਚਾਰजेस ਲਗਾਏ ਗਏ ਨੇ। ਸਸਕੈਚੁਅਨ RCMP ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਦ ਇੰਡੀਅਨ ਹੈਡ ਡਿਟੈਚਮੈਂਟ ਨੂੰ ਇੱਕ ਰਿਪੋਰਟ ਮਿਲੀ ਹੈ, ਜਿਸ ਦੇ ਵਿੱਚ ਪਤਾ ਚੱਲਿਆ ਹੈ ਕਿ ਇਹ ਚੋਰੀ ਕੀਤਾ ਟਰੱਕ ਵੌਲਸਲੀ ਦੇ ਵਿੱਚ ਸੀ। ਪੈਟਰਨ ਨੂੰ ਇਸ ਸੰਬੰਧੀ ਸ਼ਿਕਾਇਤ ਭੇਜੀ ਗਈ ਸੀ, ਜਿਸ ਵੱਲੋਂ ਇਸ ਦੀ ਪੜਤਾਲ ਕੀਤੀ ਜਾ ਰਹੀ ਸੀ। ਬਲੈਕਮੋਰ ਵੱਲੋਂ ਇਸ ਸੰਬੰਧੀ ਆਪਣੇ ਵਿਚਾਰਾਂ ਦੀ ਸਾਂਝ ਪਾਈ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਕਾਂਸਟੇਬਲ ਪੈਟਰਨ ਦਾ ਪਰਿਵਾਰ RCMP ਫੈਮਿਲੀ ਹੈ, ਕਿਉਂਕਿ ਉਹਨਾਂ ਨੇ ਆਪਣਾ ਪਤੀ, ਬੇਟਾ ਅਤੇ ਭਰਾ ਗਵਾਇਆ ਹੈ। ontario ਦੇ ਲੇਕ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ, ਜਿੱਥੇ ਇੱਕ ਵਿਅਕਤੀ ਵੱਲੋਂ ਬੱਚੇ ਨੂੰ ਡੁੱਬਣ ਤੋਂ ਬਚਾਇਆ ਜਾ ਰਿਹਾ ਸੀ, ਪਰ ਉਸ ਦੀ ਮੌਤ ਹੋ ਗਈ। ontario ਪੁਲਿਸ ਵੱਲੋਂ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਇਸ ਵਿਅਕਤੀ ਦੀ ਉਹਨਾਂ ਨੂੰ ਬੋਡੀ ਮਿਲੀ ਹੈ, ਜਿਸ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ontario ਤੋਂ ਮਾਮਲਾ ਸਾਹਮਣੇ ਆਇਆ, ਜਿੱਥੇ ਇੱਕ ਬੱਚੇ ਨੂੰ ਬਚਾਉਂਦਾ ਹੋਇਆ 33 ਸਾਲਾ ਵਿਅਕਤੀ ਪਾਣੀ ਦੇ ਵਿੱਚ ਡੁੱਬ ਗਿਆ। ਇਹ ਘਟਨਾ ontario ਦੇ ਕੋਨਸਟਾਗੋ ਲੇਕ ਦੀ ਹੈ। ਇਸ ਦੀ ਜਾਣਕਾਰੀ ਵੈਲਿੰਗਟਨ ਕਾਉਂਟੀ OPP ਵੱਲੋਂ ਸਾਂਝੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਮੇਪਲਟਨ ਟਾਊਨਸ਼ਿਪ ਦੇ ਕੰਜ਼ਰਵੇਸ਼ਨ ਏਰੀਆ ਦੇ ਵਿੱਚ ਐਮਰਜੈਂਸੀ ਕ੍ਰੂਜ਼ ਨੂੰ ਬੁਲਾਇਆ ਗਿਆ, ਜਿੱਥੇ ਕਿਸੇ ਦੇ ਡੁੱਬਣ ਦੀ ਜਾਣਕਾਰੀ ਸਾਂਝੀ ਕੀਤੀ ਗਈ ਸੀ।
ਵੈਲਿੰਗਟਨ ਕਾਉਂਟੀ OPP ਵੱਲੋਂ ਟਵਿੱਟਰ ਦੇ ਰਾਹੀਂ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਅੰਡਰ ਵਾਟਰ ਸਰਚ ਐਂਡ ਰਿਕਵਰੀ ਯੂਨਿਟ ਵੱਲੋਂ ਵਿਅਕਤੀ ਦੀ ਬੋਡੀ ਬਰਾਮਦ ਕੀਤੀ ਗਈ ਤੇ ਉਸ ਨੂੰ ਮੌਕੇ ਦੇ ਉੱਪਰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਹ ਵਿਕਟਮ ਮੇਪਲਟਨ ਟਾਊਨਸ਼ਿਪ ਦਾ ਰਹਿਣ ਵਾਲਾ ਦੱਸਿਆ ਗਿਆ, ਜਿਸ ਦੀ ਪੁਸ਼ਟੀ ਆਫੀਸ਼ੀਅਲਸ ਦੇ ਵੱਲੋਂ ਕੀਤੀ ਗਈ। ਪੁਲਿਸ ਨੇ ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ ਕਿ ਜਦੋਂ ਵਿਕਟਮ ਗੁੰਮ ਹੋਇਆ ਉਸ ਵੱਲੋਂ ਲਾਈਫ ਜੈਕਟ ਪਹਿਨੀ ਹੋਈ ਸੀ ਜਾਂ ਫਿਰ ਨਹੀਂ। ਓਨਟਾਰੀਓ ਪ੍ਰੋਵਿੰਸ਼ਨਲ ਪੁਲਿਸ ਵੱਲੋਂ ਵਿਕਟਮ ਦੇ ਪਰਿਵਾਰ ਦੇ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਓਨਟਾਰੀਓ ਤੋਂ ਜੋ ਇਹ ਮਾਮਲਾ ਸਾਹਮਣੇ ਆਇਆ, ਇਸ ਦੇ ਵਿੱਚ ਵਿਕਟਮ ਵੱਲੋਂ ਇੱਕ ਬੱਚੇ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਇਸ ਬੱਚੇ ਨੂੰ ਬਚਾਉਂਦਾ ਉਹ ਖੁਦ ਹੀ ਪਾਣੀ ਦੇ ਵਿੱਚ ਡੁੱਬ ਗਿਆ, ਜਿਸ ਦੀ ਮੌਤ ਹੋ ਗਈ। US ਕਾਂਗਰਸਮੈਨ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਕੈਨੇਡੀਅਨਸ ਅਮਰੀਕਾ ਦੇ ਵਿੱਚ ਆ ਕੇ COVID-19 ਵੈਕਸੀਨ ਲਗਵਾਉਣਾ ਚਾਹੁੰਦੇ ਨੇ, ਉਹਨਾਂ ਨੂੰ ਬਾਰਡਰ ਦੇ ਰਾਹੀਂ ਆਉਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਇਸ ਨੂੰ ਅਸੈਂਸ਼ੀਅਲ ਟਰੈਵਲ ਦੇ ਤੌਰ ਦੇ ਉੱਪਰ ਮੰਨਿਆ ਜਾਵੇ। ਨਾਲ ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕਰੋਨਾ ਦੇ ਮਾਮਲੇ ਸਾਹਮਣੇ ਆਏ। ਦੱਸਾਂਗੇ ਕਿ ਕੀ ਹਨ ਕੈਨੇਡਾ ਦੇ ਵਿੱਚ ਇਸ ਸਮੇਂ ਕਰੋਨਾ ਵਾਇਰਸ ਦੇ ਮੌਜੂਦਾ ਹਾਲਾਤ। US ਕਾਂਗਰਸਮੈਨ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਕੈਨੇਡੀਅਨਸ ਅਮਰੀਕਾ ਦੇ ਵਿੱਚ COVID-19 ਵੈਕਸੀਨ ਲਗਵਾਉਣਾ ਚਾਹੁੰਦੇ ਨੇ, ਉਹਨਾਂ ਨੂੰ ਬਾਰਡਰ ਦੇ ਰਾਹੀਂ ਆਉਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਇਸ ਨੂੰ ਅਸੈਂਸ਼ੀਅਲ ਟਰੈਵਲ ਦੇ ਤੌਰ ਦੇ ਉੱਪਰ ਗਿਣਿਆ ਜਾਵੇ। ਉਹਨਾਂ ਵੱਲੋਂ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਗਿਆ ਕਿ ਸਾਨੂੰ ਉਹਨਾਂ ਕੈਨੇਡੀਅਨਸ ਦੇ ਲਈ ਬਾਰਡਰ ਖੋਲ੍ਹਣਾ ਚਾਹੀਦਾ ਹੈ ਜਿਹੜੇ ਅਮਰੀਕਾ ਆ ਕੇ ਕੋਵਿਡ ਵੈਕਸੀਨ ਲਗਵਾਉਣਾ ਚਾਹੁੰਦੇ ਨੇ। ਉਹਨਾਂ ਨੇ ਦੱਸਿਆ ਕਿ ਅਮਰੀਕਾ ਦੇ ਕੋਲ ਜ਼ਿਆਦਾ ਮਾਤਰਾ ਦੇ ਵਿੱਚ COVID-19 ਵੈਕਸੀਨ ਹੈ। ਜੇ ਇਹ ਟੀਕਾ ਵਰਤੋਂ ਦੇ ਵਿੱਚ ਨਹੀਂ ਆਉਂਦਾ ਤਾਂ ਉਹ ਮੈਡੀਕਲ ਵੇਸਟ ਦੇ ਤੌਰ ਦੇ ਉੱਪਰ ਗਿਣਿਆ ਜਾਵੇਗਾ। ਕਾਂਗਰਸਮੈਨ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਕੈਨੇਡੀਅਨਸ ਦੇ ਲਈ ਅਮਰੀਕਾ ਬਾਰਡਰ ਖੋਲੇ ਜਿਹੜੇ ਇੱਥੇ ਆ ਕੇ COVID-19 ਵੈਕਸੀਨ ਲਗਵਾਉਣਾ ਚਾਹੁੰਦੇ ਨੇ। ਹੁਣ ਤੁਹਾਨੂੰ ਦੱਸਦੇ ਹਾਂ ਕਿ ਕੈਨੇਡਾ ਤੋਂ ਕਿੰਨੇ ਕਰੋਨਾ ਦੇ ਮਾਮਲੇ ਸਾਹਮਣੇ ਆਏ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 447 ਕੋਵਿਡ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਤੇ 4 ਮੌਤਾਂ ਇਸ ਵਾਇਰਸ ਦੇ ਕਾਰਨ ਹੋਈਆਂ। ਹੁਣ ਤੱਕ ਪ੍ਰੋਵਿੰਸ ਦੇ ਵਿੱਚ ਕੁੱਲ 5,40,130 ਕਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਟੋਰਾਂਟੋ ਤੋਂ 110, ਪੀਲ ਰੀਜਨ ਤੋਂ 61, ਵਾਟਰਲੂ ਤੋਂ 56 ਕੋਵਿਡ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਹੁਣ ਤੱਕ ਪ੍ਰੋਵਿੰਸ ਦੇ ਵਿੱਚ 8,961 ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। 5,25,795 ਓਨਟਾਰੀਓ ਦੇ ਵਿੱਚ ਰਿਕਵਰਡ ਮਾਮਲਿਆਂ ਦੀ ਗਿਣਤੀ ਹੈ। ਹਸਪਤਾਲ ਦੇ ਵਿੱਚ 384 ਦੇ ਕਰੀਬ ਮਰੀਜ਼ ਹਨ, ਜਿਨ੍ਹਾਂ ਵਿੱਚੋਂ 409 ਇੰਟੈਂਸਿਵ ਕੇਅਰ ਅਧੀਨ ਹਨ। ਕਿਊਬੈਕ ਤੋਂ 24 ਘੰਟਿਆਂ ਦੌਰਾਨ 123 ਕਰੋਨਾ ਦੇ ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ 24 ਘੰਟਿਆਂ ਦੌਰਾਨ ਇੱਕ ਜਾਨ ਇਸ ਵਾਇਰਸ ਦੇ ਕਾਰਨ ਗਈ ਹੈ। ਹੁਣ ਤੱਕ ਪ੍ਰੋਵਿੰਸ ਦੇ ਵਿੱਚ 3,73,112 ਕੁੱਲ ਕਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 11,173 ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। ਹਸਪਤਾਲ ਦੇ ਵਿੱਚ 214 ਦੇ ਕਰੀਬ ਮਰੀਜ਼ ਹਨ, ਜਿਨ੍ਹਾਂ ਵਿੱਚੋਂ 54 ਇੰਟੈਂਸਿਵ ਕੇਅਰ ਅਧੀਨ ਨੇ। ਕਿਊਬੈਕ ਦੇ ਵਿੱਚ 68% ਦੀ ਆਬਾਦੀ ਨੂੰ COVID-19 ਵੈਕਸੀਨ ਦੀ ਪਹਿਲੀ ਡੋਜ਼ ਲੱਗ ਚੁੱਕੀ ਹੈ ਤੇ 13% ਨੂੰ ਦੋਨੋਂ ਡੋਜ਼ ਲੱਗ ਚੁੱਕੀਆਂ ਨੇ। ਮੈਨੀਟੋਬਾ ਤੋਂ 24 ਘੰਟਿਆਂ ਦੌਰਾਨ 124 ਕਰੋਨਾ ਦੇ ਮਾਮਲੇ ਦਰਜ ਕੀਤੇ ਗਏ। 24 ਘੰਟਿਆਂ ਦੌਰਾਨ 2 ਮੌਤਾਂ ਇਸ ਵਾਇਰਸ ਦੇ ਕਾਰਨ ਹੋਈਆਂ ਨੇ। ਕੈਨੇਡਾ ਤੋਂ ਹੁਣ ਤੱਕ 14 ਮਿਲੀਅਨ ਦੇ ਕਰੀਬ ਕਰੋਨਾ ਮਾਮਲੇ ਸਾਹਮਣੇ ਆ ਚੁੱਕੇ ਨੇ। 25,939 ਜਾਨਾਂ ਜਾ ਚੁੱਕੀਆਂ ਨੇ। 13.9 ਮਿਲੀਅਨ ਦੇ ਕਰੀਬ ਕੈਨੇਡਾ ਦੇ ਵਿੱਚ ਰਿਕਵਰਡ ਮਾਮਲੇ ਹਨ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੇ ਲਈ ਆਈ ਖੁਸ਼ਖਬਰੀ, ਨਾਲ ਹੀ ਖੁੱਲਣ ਜਾ ਰਿਹਾ ਕਿਊਬੈਕ ਓਨਟਾਰੀਓ ਬਾਰਡਰ। ਕੈਨੇਡਾ ਕਰੇਗਾ 13 ਮਿਲੀਅਨ ਟੀਕੇ ਦਾਨ, ਟਰੂਡੋ ਨੇ ਟੀਕੇ ਦੇ ਬਾਰੇ ਕੀਤਾ ਐਲਾਨ। ਪੰਜਾਬੀ ਡਰਾਈਵਰ ਨੇ ਕਬੂਲ ਕੀਤਾ ਦੋਸ਼, ਕੇਲਿਆਂ ਦੇ ਲੋਡ ਦੇ ਵਿੱਚੋਂ ਮਿਲੀ ਸੀ ਕੋਕੇਨ। ਪਾਣੀ 'ਚ ਡੁੱਬਣ ਦੇ ਨਾਲ ਪੰਜਾਬੀ ਦੀ ਮੌਤ, ਗੁਰਪ੍ਰੀਤ ਸਿੰਘ ਗਿੱਲ ਦੀ ਹੋਈ ਮੌਤ। ਲੰਡਨ ਘਟਨਾ ਦੇ ਦੋਸ਼ੀ ਤੇ ਲੱਗੇ ਚਾਰਜ, ਦੋਸ਼ੀ ਤੇ ਲੱਗੇ ਅੱਤਵਾਦ ਦੇ ਚਾਰਜ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।